ਬਿਲਕੁਲ ਸੱਜਣੋ ਤੇ ਮਿੱਤਰੋ, ਜਿਸ ਤਰ੍ਹਾਂ ਤੁਸੀਂ ਵੇਖਿਆ ਕਿ ਸਾਡਾ ਯਾਨੀ ਕਿ ਦਿਨ ਬ ਦਿਨ ਸਿਲਸਿਲਾ ਹੈ ਕਿ ਜਿਹੜੇ ਸਾਡੇ ਪੰਜਾਬ ਦੇ ਸਿੰਗਰ ਨੇ, ਪੰਜਾਬੀ ਸਿੰਗਰ ਨੇ, ਉਹਨਾਂ ਨੂੰ ਪ੍ਰਮੋਟ ਕਰਨਾ, ਉਹਨਾਂ ਦੇ ਯਾਨੀ ਕਿ ਚਿਹਰੇ ਮੁਤਾਰਫ ਕਰਵਾਉਣਾ, ਤੁਹਾਨੂੰ ਵਹਾਵਣਾ। ਤੇ ਇਸ ਵਕਤ ਸਾਡੇ ਨਾਲ ਮੌਜੂਦ ਨੇ ਸਾਡੇ, ਸਮਝ ਲਓ ਕਿ ਬਹੁਤ ਹੀ ਪਿਆਰੇ ਦੋਸਤ ਵੀ ਨੇ, ਭਰਾ ਵੀ ਨੇ। ਅਫਜ਼ਲ ਅਲੀ ਰਾਜਾ ਸਾਹਿਬ ਮੌਜੂਦ ਹੈਗੇ ਨੇ, ਜਿਹੜੇ ਇੱਕ ਪੰਜਾਬੀ ਸਿੰਗਰ ਨੇ। ਬਾਕੀ ਉਹਨਾਂ ਦੀ ਸਟੋਰੀ, ਉਹਨਾਂ ਦੀ ਜ਼ੁਬਾਨੀ ਸੁਣਨੀ ਹੈ ਕਿ ਇਹਨਾਂ ਨੂੰ ਕਿਵੇਂ ਸ਼ੌਂਕ ਪੈਦਾ ਹੋਇਆ, ਕਿ ਕਿਸੇ ਨਾਲ ਮੁਹੱਬਤ ਹੋ ਗਈ ਜਾਂ ਵੈਸੇ ਹੀ ਸ਼ੌਂਕ ਸੀ ਗਾਵਨ ਦਾ, ਤੇ ਕਿਵੇਂ ਇਸ ਫੀਲਡ ਵਿੱਚ ਆਏ। अस्सलाम वालेकुम। वालेकुम सलाम जनाब जी राजा साहब, ਤੁਸੀਂ ਇਹ ਦੱਸੋ ਕਿ ਕਿਵੇਂ ਇਸ ਫੀਲਡ 'ਚ ਆ ਗਏ, ਜਵਾਨੀ ਦੀ ਉਮਰ ਤੇ دیਵਾਨੇਪਨ ਤੇ ਗਾਣਾਪਨ, ਇਹ कैसे ਸਾਰਾ ਮੁਮਕਿਨ ਹੋਇਆ? जी बिल्कुल तुहानूं दस्सांगा। भी सब तो पहले तो जनाब सरदार जवेद आशिक डोगर साहब, तुहाडी बहुत मेहरबानी जी राजा साहब, ਤੁਹਾਡੀ ਮੁਹੱਬਤ ਹੈ, ਪਿਆਰ ਹੈ। और तुहाडी पूरी टीम, तुहाडे कैमरामैन, पूरी टीम, तुहाडे टीवी चैनल का बहुत शुक्रिया कि तुसीं सानूं अपने चैनल 'च टाइम दिता। रही गल गावन दी, जी गावना शौक जिहड़ा है वो तो एक अलग चीज़ है। ते तुसीं ਨਹੀਂ ਕੁਝ ਰਾਜਾ ਸਾਹਿਬ, ਸੌਰੀ ਮੈਂ ਤੁਹਾਡੀ ਗੱਲ ਨੂੰ ਟੋਕਿਆ। ਮੇਰੇ ਕਹਿਣ ਦਾ ਮਕਸਦ ਹੈਗਾ ਕਿ ਕਈ ਲੋਕ ਹੁੰਦੇ ਨੇ, ਉਹਨਾਂ ਨੂੰ ਇਸ਼ਕ ਲੱਗ ਜਾਂਦਾ ਹੈ, ਤੇ ਕਈ ਲੋਕ ਹੁੰਦੇ ਨੇ ਉਹਨਾਂ ਨੂੰ ਸ਼ੌਂਕ ਹੀ ਹੁੰਦਾ ਹੈ ਕਿ ਮੈਂ ਗਾਵਣਾ ਹੈ। ਤੁਸੀਂ ਮੈਨੂੰ ਪਹਿਲਾਂ, ਸਾਰਿਆਂ ਤੋਂ ਪਹਿਲਾਂ ਵੇਖਣ ਵਾਲਿਆਂ ਨੂੰ ਇਹ ਦੱਸੋ ਕਿ ਇਸ਼ਕ ਹੈਗਾ ਜਾਂ ਸ਼ੌਂਕ ਹੈਗਾ? सरदार साहब गल है भी इश्क जिहड़ा है, ਹਾਂਜੀ इश्क होना, वो मैनू एक शेर याद आ गया तुहाडी इस गल तो ਜੀ कि हज़रत मियाँ मुहम्मद बख्श रहमतुल्लाह अलैह, उन्हां दा एक शेर याद आया। ਜੀ वो फरमांदे ने कि जिन्हां ने इश्क खरीद ना कीता वो बंदे बेगुते, ਵਾਹ ਕਿਆ इश्क कहने- बाज मुहम्मद बख्शा की आदम की कुत्ते। ਵਾਹ ਕੀ कहने। इश्क होना तो जरूरी है। इश्क इंसान नू पाक करदा है, साफ करदा है। मतलब है कि सरदार साहब बाकी बुराइयां तो इंसान बच जाता है इश्क करके। ਤੇ ਇਸ਼ਕ ਜਦੋਂ ਹੱਦ ਤੋਂ ਵੱਧ ਜਾਂਦਾ ਹੈ, ਜਦੋਂ ਇਨਸਾਨ ਕੋਲੋਂ ਬਰਦਾਸ਼ਤ ਨਹੀਂ ਹੁੰਦਾ, ਸਮਝ ਲਓ ਕਿ ਉਦੋਂ ਇਨਸਾਨ ਸਿੰਗਰ ਬਣ ਜਾਂਦਾ ਹੈ। ਅੱਛਾ, ਯਾਨੀ ਕਿ ਮੈਨੂੰ ਲੱਗਦਾ ਪਿਆ ਕਿ ਤੁਹਾਨੂੰ ਵੀ ਥੋੜਾ ਹੀ ਹੋਇਆ। ਥੋੜਾ ਜਿਹਾ ਨਹੀਂ ਜੀ, ਥੋੜਾ ਜਿਹਾ ਹੁੰਦਾ ਤੇ ਸ਼ਾਇਦ ਉੱਥੇ ਹੀ ਰਹਿ ਜਾਂਦਾ। ਤੇ ਇਹ ਤਾਂ ਨਾ ਛੇੜ ਦਿਲ ਦੀਆਂ ਤਾਰਾਂ, ਤੇ ਇੱਥੋਂ ਦਰਦ ਮੰਡਾਇਆ ਨਹੀਂ ਜਾਣਾ। ਵਾਹ ਜੀ ਵਾਹ, ਤੇ ਇਹ ਤਾਂ ਬੜੀਆਂ ਡੂੰਘੀਆਂ ਕਹਾਣੀਆਂ ਨੇ। ਅੱਛਾ ਰਾਜਾ ਸਾਹਿਬ, ਕਿੰਨੀ ਦੇਰ ਹੋ ਗਈ ਇਸ ਫੀਲਡ 'ਚ ਆਇਆ? ਮੈਨੂੰ ਜੀ ਸਰਦਾਰ ਸਾਹਿਬ ਤਕਰੀਬਨ ਮੇਰਾ ਖਿਆਲ ਹੈ ਕਿ ਬੇਸਿਕਲ ਤਾਂ ਮੈਂ ਕੇਸਰ ਦੇ ਦੌਰ 'ਚ ਇਸ ਫੀਲਡ 'ਚ ਆ ਗਿਆ ਸਾਂ। ਤੇ ਮੇਰਾ 2008 'ਚ ਕੇਸਟ ਆਇਆ ਸੀ, ਮੈਂ ਕਿਵੇਂ ਯਾਰ ਮਨਾਵਾਂ, ਤੇ ਬੜਾ ਅੱਛਾ ਚੱਲਿਆ, ਲੋਕਾਂ ਸੁਣਿਆ। ਅੱਛਾ ਰਾਜਾ ਸਾਹਿਬ, ਮੈਂ ਤੁਹਾਡੀ ਗੱਲ ਟੋਕਣ ਰਿਹਾ ਵਾਂ। ਜਿਹੜੀ ਤੁਹਾਡਾ ਪਹਿਲਾ ਕੇਸਟ ਆਇਆ ਤੇ ਜਿਹੜਾ ਉਹਦਾ ਪਹਿਲਾ ਸੌਂਗ ਸੀ ਜਿਹੜਾ ਜਿਵੇਂ ਹਿੱਟ ਹੋਇਆ, ਉਹਦੇ ਕੋਈ ਚੰਦ ਬੋਲ ਵੇਖਣ ਵਾਲੇ ਨਾਜ਼ਰੀਨ ਨੂੰ ਸੁਣਾਓ। ਜੀ ਬਿਲकुल सरदार साहब ਜ਼ਰੂਰ ਸੁਣਾਵਾਂਗਾ। ਉਹਦਾ ਪਹਿਲਾ ਗੀਤ ਸੀ ਮੇਰਾ, ਲੋਕਾਂ ਨੇ ਸੁਣਿਆ, ਬੜਾ ਪਿਆਰ ਕੀਤਾ ਲੋਕਾਂ ਨੇ। ਮੈਨੂੰ ਉਮੀਦ ਨਹੀਂ ਸੀ ਕਿ ਇੰਨਾ ਚੱਲ ਜਾਏਗਾ, ਕਿਉਂਕਿ ਮੈਂ ਇੱਕ ਜ਼ਿਮੀਂਦਾਰ ਘਰਾਣੇ ਨਾਲ ਤਲਕ ਰੱਖਣਾ, ਤੇ ਇਹ ਗਾਣਾ ਤਾਂ ਸਾਡਾ ਬਿਲਕੁਲ ਜਿਹੜਾ ਨਾ ਬੜੀ ਦੂਰ ਤੱਕ ਯਾਨੀ ਕਿ ਨਹੀਂ ਹੈਗਾ ਸੀ। ਲੇਕਿਨ ਕਿ ਮੈਂ ਆਪਣੀ ਪੂਰੇ ਖਾਨਦਾਨ ਚੋਂ, ਸਮਝ ਲਓ ਕਿ ਮੈਂ ਇੱਕ ਜ਼ਿੱਦ ਕਰਕੇ ਗਾਵਨ ਵਾਲੇ ਪਾਸੇ ਆਇਆ। ਤੇ ਘਰੋਂ ਝਿੜਕਾਂ ਵੀ ਮਿਲੀਆਂ? ਉਹ ਤਾਂ ਸਰਦਾਰ ਸਾਹਿਬ ਬਹੁਤ ਕੁਛ, ਝਿੜਕਾਂ ਤੋਂ ਇਲਾਵਾ ਕਿਹੜੇ ਪਾਸੇ ਟੁਰ ਪਏ ਹੋ? ਸਰਦਾਰ ਸਾਹਿਬ ਉਹ ਤਾਂ ਕਾਫੀ ਹੋਇਆ ਨਾ, ਮਤਲਬ ਮਾਪਿਆਂ ਦੀਆਂ ਵੀ, ਸਾਰਿਆਂ ਦੇ ਰੱਖ ਦਿੱਤਾ ਆਪਦਾ ਸ਼ੌਂਕ। ਬਸ ਇਹ ਮਕਸਦ ਇਹ ਕੀਤਾ ਵੀ ਮੈਂ ਇੱਕ ਜਿਹੜਾ ਨਾ, ਇੱਕ ਮਤਲਬ ਜਿਹੜਾ ਨਾ ਆਪਦਾ ਜਿਹੜਾ ਸ਼ੌਕ ਹੈ, ਇਹ ਲੋਕਾਂ ਤੱਕ, ਲੋਕਾਂ ਦੀ ਮੁਹੱਬਤ ਹਾਸਲ ਕਰਨੀ ਹੈ। ਤੇ ਅਲਹਮਦੁਲਿਲਾ ਉਹਦੇ 'ਚ ਕਾਮਯਾਬ ਵੀ ਹੋਏ। ਦੇਖ ਲਓ ਨਾ, ਕਾਮਯਾਬੀ ਇੱਕ ਨਾਂ ਹੈਗਾ ਪੰਜਾਬ ਦੇ ਵਿੱਚ। ਦੇਖੋ ਜੀ, ਇਹ ਹੁਣ ਮੈਨੂੰ ਦੱਸਣ ਦੀ ਲੋੜ ਕੋਈ ਨਹੀਂ ਦੀ। ਇਸ ਟਾਈਮ ਮੇਰੇ ਕੋਲ ਐਸੀ ਇੱਕ ਕਸੂਰ ਦੀ ਮੀਡੀਆ ਮੇਰੇ ਕੋਲ ਬੈਠੀ ਹੈ, ਮੈਂ ਤਾਂ ਹੁਣ ਕਿਵੇਂ ਕਹਿ ਸਕਦਾ ਕਿ ਮੇਰਾ ਨਾਂ ਨਹੀਂ। ਤੁਹਾਡਾ ਬੜਾ ਪਾਣੀ ਇਹ ਤਾਂ ਦੇਖੋ ਨਾ, ਦੇਖੋ ਮੁਹੱਬਤ ਹੀ ਖਿੱਚ ਕੇ ਇੱਥੇ ਲੈ ਆਇਆ। ਮੈਂ ਤਾਂ ਸੋਚਿਆ ਨਹੀਂ ਸੀ ਕਿ ਸਰਦਾਰ ਆਸ਼ਿਕ ਜਵੇਦ ਸਾਹਿਬ ਖੁਦ, ਦੇਖੋ ਨਾ, ਤੁਹਾਡਾ ਕੋਈ ਐਂਕਰ ਆਂਦਾ ਜਾਂ ਤੁਹਾਡਾ ਕੋਈ ਨੁਮਾਇੰਦਾ ਆਂਦਾ, ਤੇ ਸ਼ਾਇਦ ਮੈਂ ਸਮਝਦਾ ਕਿ ਜੀ ਅਫਜ਼ਲ ਅਲੀ ਰਾਜਾ ਮਤਲਬ ਬਹੁਤ ਪਿੱਛੇ ਆ। ਤੇ ਅੱਜ ਤਾਂ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ, ਮਤਲਬ ਜਦੋਂ ਤੁਸੀਂ ਮੈਨੂੰ ਕਾਲ ਕੀਤੀ ਵੀ ਅਸੀਂ ਆ ਰਹੇ ਹਾਂ ਕੁੜੀਆਂ, ਤੁਸੀਂ ਮਤਲਬ ਸਾਨੂੰ ਮਿਲਣਾ ਤਿਆਰ ਆ ਜੇ, ਤੇ ਮੈਂ ਸੋਚ ਰਿਹਾ ਹਾਂ ਕਿ ਸਰਦਾਰ ਸਾਹਿਬ ਖੁਦ ਆ ਰਹੇ ਨੇ, ਤੇ ਮੈਂ ਕੀ ਉਹਨਾਂ ਨਾਲ ਗੱਲਬਾਤ ਉਹਨਾਂ ਨਾਲ ਕੀ ਕਰਾਂਗਾ। ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਤੁਹਾਡੇ ਕੋਲ ਬੈਠ ਕੇ। ਤੁਹਾਡੇ ਨਾਲ ਇੰਟਰਵਿਊ ਬੜੇ ਕੀਤੇ ਨੇ, ਪ੍ਰੋਗਰਾਮ ਵੀ ਬੜੇ ਕੀਤੇ ਨੇ, ਲੇਕਿਨ ਜੋ ਅੱਜ ਖੁਸ਼ੀ ਮਿਲੀ ਹੈ ਸਰਦਾਰ ਜਵੇਦ ਆਸ਼ਿਕ ਡੋਗਰ ਨਾਲ ਬਹਿ ਕੇ ਗੁਫ਼ਤਗੂ ਕਰਨ ਦੀ, ਮੇਰਾ ਖਿਆਲ ਕਿ ਮੇਰੇ ਵਾਸਤੇ ਬੜੇ ਇਜ਼ਾਜ਼ ਦੀ ਗੱਲ ਹੈ। ਵੱਡਾ ਪਾਨੇ ਜੀ ਤੁਹਾਡਾ ਪਿਆਰ ਹੈ। ਤੇ ਦੇਖਣ ਵਾਲਿਆਂ ਨੂੰ ਤੁਸੀਂ ਯਾਨੀ ਕਿ ਆਪਦੀ ਪਹਿਲੀ ਕੇਸ ਦਾ ਪਹਿਲਾ ਜਿਹੜਾ ਗੀਤ ਜੀ ਬਿਲਕੁਲ, ਜੀ ਬਿਲਕੁਲ ਜ਼ਰੂਰ ਸੁਣਾਵਾਂਗਾ। ਉਹਦੇ 'ਚ ਮੇਰਾ ਗਾਣਾ ਹੈਗਾ ਸੀ ਜਨਾਬ, ਕਿ ਉਹ ਗਾਣਾ ਵੀ ਸਾਡਾ ਉਹ ਜਿਹਾ ਹੀ ਸੀ। ਤੇ ਨਵਾਂ ਦਿਲ ਟੁੱਟਿਆ ਜਦੋਂ ਇਸ ਪਾਸੇ ਆਏ, ਤੇ ਉਹ ਅਸੀਂ ਫਿਰ ਇੱਕ ਲਿਖਿਆ ਸੀ, ਖੁਦ ਹੀ ਲਿਖਿਆ ਮੈਂ। ਅੱਛਾ, ਆਪਣੇ ਗਾਣੇ ਖੁਦ ਹੀ ਲਿਖਦੇ ਹੋ? ਨਹੀਂ, ਖੁਦ ਵੀ ਲਿਖਣਾ ਮੈਂ, ਲੇਕਿਨ ਦੋਸਤਾਂ ਕੋਲ ਵੀ ਲੈ ਲਈਦੇ ਨੇ। ਦੋਸਤਾਂ ਦੇ ਲਿਖੇ ਹੋਏ ਜੀ ਜੀ ਬਿਲਕੁਲ ਜ਼ਰੂਰ ਗਾਈਦੇ ਨੇ। ਜਿਹੜਾ ਯਾਨੀ ਕਿ ਹੁਣ ਤੁਸੀਂ ਗਾਣਾ ਸੁਣਾਉਣ ਲੱਗੇ ਹੋ, ਮੇਰਾ ਆਪਣਾ ਲਿਖਿਆ ਜੀ ਜੀ ਸਦਾ ਸਾਹਿਬ, ਮੇਰਾ ਆਪਣਾ ਲਿਖਿਆ ਗਾਣਾ ਇਨਸ਼ਾਅੱਲਾ, ਤੇ ਉਹਦੀ ਮੈਂ ਇੱਕ 27 ਤੁਹਾਨੂੰ ਪੇਸ਼ ਕਰਨਾ। ਮੇਰੇ YouTube ਚੈਨਲ ਤੇ ਚੱਲ ਰਿਹਾ ਹੈ, ਅਫਜ਼ਲ ਅਲੀ ਰਾਜਾ। ਕਿਸ ਨਾਮ ਦੇ ਚੈਨਲ ਬਣਾਇਆ? ਅਫਜ਼ਲ ਅਲੀ ਰਾਜਾ ਅਫੀਸ਼ੀਅਲ ਚੈਨਲ ਮੇਰਾ ਹੈ ਜੀ ਜੀ, ਤੇ ਉਹ ਚੱਲ ਰਿਹਾ ਹੈ। ਮੇਰਾ ਖਿਆਲ ਕਿ ਹੁਣ ਤਾਂ ਮੇਰਾ ਚੈਨਲ ਕਾਫੀ ਅੱਗੇ ਨਿਕਲ ਜਾਏਗਾ, ਕਿਉਂਕਿ ਕਿਸੇ ਚੈਨਲ ਦੇ ਵਿੱਚ ਇੰਟਰਵਿਊ ਮੇਰਾ ਆ ਰਿਹਾ ਹੈ, ਤੇ ਉਹ ਬੜੀ ਗੱਲ ਹੈ। ਖੈਰ, ਗਾਣੇ ਦੀ ਇੱਕ ਬੋਲ ਤੁਹਾਨੂੰ ਮੈਂ 27 ਸੁਣਾਉਂਦਾ ਜਾਵਾਂ। ਇਹ ਹੋਏਗਾ ਸੀ, ਉਹ ਗਾਣੇ ਦਾ ਬੋਲ ਸਦਾ ਸਭ ਕੁਝ ਇਸ ਤਰ੍ਹਾਂ ਸੀ
ਚੜ ਗਈ ਏ ਡੋਲੀ ਚੁੱਪ ਕਰਕੇ ਮੈਂ ਬਹਿ ਗਿਆ, ਤੈਨੂੰ ਕੀ ਮੈਂ ਦੱਸਾਂ ਨੀ ਮੈਂ ਕਿਵੇਂ ਦੁੱਖ ਸਹਿ ਗਿਆ। ਤੈਨੂੰ ਤਰਸ ਨਾ ਆਇਆ ਮਰ ਜਾਣੀਏ ਨੀ ਮੇਰਾ ਸਭ ਕੁਝ ਲੁੱਟ ਗਏ। ਤੇਰੇ ਸਹੁਰਿਆਂ ਦਾ ਪਿੰਡ ਡੁੱਬ ਜਾਏਗਾ ਜੇ ਅੱਖੀਆਂ ਦੇ ਬੰਨ ਟੁੱਟ ਗਏ। ਉਹ ਤੇਰੇ ਸਹੁਰਿਆਂ ਦਾ ਪਿੰਡ ਡੁੱਬ ਜਾਏਗਾ ਜੇ ਅੱਖੀਆਂ ਦੇ ਬੰਨ ਟੁੱਟ ਗਏ। ਇਹ ਸਾਡਾ ਪਹਿਲੇ ਕੇਸਰ ਤੇ ਆਇਆ ਸੀ। ਅੱਛਾ, ਤੁਹਾਡਾ ਪਹਿਲਾ ਗੀਤ ਹੈਗਾ ਜਿਹੜੇ ਪਹਿਲੀ ਕੇਸ ਸਟੋਰੀ ਬਣੀ ਉਹਦੇ ਵਿੱਚ ਜੀ ਹਾਂ ਜੀ। ਉਸ ਤੋਂ ਬਾਅਦ ਫਿਰ ਕੇਸਟ ਵੈਸੇ ਹੀ ਖਤਮ ਹੋ ਗਈ, ਨਵਾਂ ਪਲੇਟਫਾਰਮ ਆਇਆ ਨਹੀਂ ਸੀਡੀ ਵੀ ਖਤਮ ਹੋ ਗਈ ਸੀ ਸਰਦਾਰ ਸਾਹਿਬ। ਇਹ YouTube ਜਿਹੜਾ ਨਵਾਂ ਇੱਕ ਪਲੇਟਫਾਰਮ ਆਇਆ, ਇਹਦੇ ਵਾਸਤੇ ਫਿਰ ਨਵੀਂ ਤਿਆਰੀ ਕਰਨੀ ਪਈ, ਨਵਾਂ ਇੱਕ ਉਹਦੀ ਵਜ੍ਹਾ ਕਰਕੇ ਫਿਰ ਬਹੁਤ ਪਿੱਛੇ ਰਹਿ। ਅੱਛਾ ਰਾਜਾ ਸਾਹਿਬ, ਤੁਸੀਂ ਇਹ ਦੱਸੋ ਕਿ ਤੁਸੀਂ ਪੰਜਾਬ ਦੇ ਅੰਦਰ ਗਾਇਆ ਜਾਂ ਪੰਜਾਬ ਤੋਂ ਬਾਹਰ ਜਾ ਕੇ ਜਾਂ ਮੁਲਕੇ ਪਾਕਿਸਤਾਨ ਤੋਂ ਬਾਹਰ ਵੀ ਗਾਇਆ? ਜੀ ਸਰਦਾਰ ਸਾਹਿਬ, ਤੁਹਾਡੀ ਮਿਹਰਬਾਨੀ, ਤੁਸੀਂ ਇਹ ਵੀ ਸਵਾਲ ਕੀਤਾ। ਤੇ ਮੈਂ ਅਲਹਮਦੁਲਿਲਾ ਪਾਕਿਸਤਾਨ ਪੂਰੇ ਚ ਤਕਰੀਬਨ ਗਾ ਚੁੱਕਿਆ। ਹਰ ਸ਼ਹਿਰ ਚ ਗਾਇਆ? ਜੀ ਹਰ ਸ਼ਹਿਰ ਚ ਤਕਰੀਬਨ, ਸ਼ਾਇਦ ਕੋਈ ਰਹਿ ਗਿਆ ਹੋਵੇ ਸ਼ਹਿਰ, ਲੇਕਿਨ ਮੇਰਾ ਖਿਆਲ ਹੈ ਕਿ ਮੈਂ ਪੂਰੇ ਪਾਕਿਸਤਾਨ ਚ ਮਤਲਬ ਗਾਇਆ ਔਰ ਲੋਕਾਂ ਪਸੰਦ ਕੀਤਾ। ਗੱਲੀਆਂ ਦੇ ਕੱਖਾਂ ਵਾਂਗੂ ਰੋਲਿਆ ਨਸੀਬਾਂ ਨੇ, ਗੱਲੀਆਂ ਦੇ ਕੱਖਾਂ ਵਾਂਗੂ ਰੋਲਿਆ ਨਸੀਬਾਂ ਨੇ, ਦੁਨੀਆ ਤੇ ਆ ਕੇ ਕੀ ਖਟਿਆ ਗਰੀਬਾਂ ਨੇ, ਗੱਲੀਆਂ ਦੇ ਕੱਖਾਂ ਵਾਂਗੂ। ਇਹ ਤਕਰੀਬਨ ਉੱਥੇ ਗਾਣਾ ਸਾਡਾ ਬਿਲਕੁਲ ਬੜਾ ਪਿਆਰ ਕੀਤਾ ਲੋਕਾਂ ਨੇ। ਸਾਨੂੰ ਇਸ ਤਰ੍ਹਾਂ ਹੀ ਲੱਗ ਰਿਹਾ ਸੀ ਕਿ ਜਿਵੇਂ ਅਸੀਂ ਮਤਲਬ ਆਪਦੇ ਇੱਕ ਇਲਾਕੇ 'ਚ ਹੀ ਆ। ਬੜਾ ਲੋਕਾਂ ਮੁਹੱਬਤ ਕੀਤੀ, ਬੜਾ ਪਿਆਰ ਕੀਤਾ ਲੋਕਾਂ ਨੇ। ਅੱਛਾ ਰਾਜਾ ਸਾਹਿਬ, ਤੁਸੀਂ ਪਾਕਿਸਤਾਨ ਦੇ ਹਰ ਸ਼ਹਿਰ 'ਚ ਤਕਰੀਬਨ ਗਾਇਆ, ਤੇ ਸਾਰਿਆਂ ਨਾਲੋਂ ਜ਼ਿਆਦਾ ਤੁਹਾਨੂੰ ਕਿਹੜੇ ਸਿਟੀ 'ਚ ਕਿਹੜੇ ਸ਼ਹਿਰ 'ਚ ਪਿਆਰ ਮਿਲਿਆ? ਜੀ ਮੈਂ ਤਕਰੀਬਨ ਪਿਆਰ ਤਾਂ ਹਰ ਸ਼ਹਿਰ 'ਚ ਮਿਲਿਆ ਸਾਨੂੰ, ਲੇਕਿਨ ਬਿਲਕੁਲ ਸਰਦਾਰ ਸਾਹਿਬ, ਬਿਲਕੁਲ ਇਸ ਤਰ੍ਹਾਂ ਹੀ ਹੈ ਭਾਈ ਜਵੇਦ ਸਾਹਿਬ ਕਿ ਮਤਲਬ ਇਹ ਹੁੰਦਾ ਹੈ। ਤੇ ਸਭ ਤੋਂ ਜ਼ਿਆਦਾ ਅਸੀਂ ਇੱਕ ਦਫਾ ਪ੍ਰੋਗਰਾਮ ਸੀ ਸਾਡਾ, ਤਕਰੀਬਨ ਮਨਸ਼ਾ ਕਸੂਰੀ ਸਾਹਿਬ ਨਾਲ ਸੀ ਸਾਡੇ, ਇੱਕ ਸਾਡੇ ਦੋਸਤ ਨੇ ਸਰਦੂਲ ਸਿੰਘ ਸਾਹਿਬ, ਪਾਕਿਸਤਾਨ ਦੇ ਸਿੱਖ ਸਿੰਗਰ ਨੇ, ਉਹ ਸਾਡੇ ਨਾਲ ਸਨ। ਹੋਰ ਵੀ ਇੱਕ ਦੋ ਦੀਗਰ ਸਿੰਗਰ ਸਾਡੇ ਨਾਲ ਸੀ। ਤੇ ਮਨਸ਼ਾ ਕਸੂਰੀ ਸਾਹਿਬ ਜੋ ਕਿ ਸਾਡੇ ਇਸ ਕੁੜੀਆਂ ਦੇ ਇਲਾਕੇ ਦੇ ਸਿੰਗਰ ਨੇ, ਬੜੇ ਅੱਛੇ ਚੱਲ ਰਹੇ ਨੇ, ਸੁਣਦੀ ਆਵਾਮ ਉਹਨਾਂ ਨੂੰ, ਉਹ ਵੀ ਸਾਡੇ ਨਾਲ ਸਨ। ਸਾਡਾ ਵੀ ਉੱਥੇ ਸਾਨੂੰ ਵੀ ਮੌਕਾ ਮਿਲਿਆ ਸੀ, ਅਸੀਂ ਵੀ ਗਏ। ਤੇ ਮੇਰਾ ਖਿਆਲ ਕਿ ਇਸ ਟਾਈਮ ਜਿਹੜਾ ਨਾ ਅੱਜ ਤੱਕ ਉਨਾ ਪਿਆਰ ਜਾਂ ਉਸ ਤੋਂ ਪਹਿਲੇ ਮੇਰਾ ਖਿਆਲ ਨਹੀਂ ਮਿਲਿਆ। ਬਿਲਕੁਲ ਸਹੀ ਹੋਗਾ। ਅੱਛਾ ਰਾਜਾ ਸਾਹਿਬ, ਐਂਡ ਤੇ ਤੁਸੀਂ ਇਹ ਵੀ ਦੱਸਿਆ ਜੇ ਦੋਸਤਾਂ ਵੇਖਣ ਵਾਲਿਆਂ ਨੂੰ, ਤੁਸੀਂ ਵੀ ਕੋਈ ਆਪਣਾ ਦਫ਼ਤਰ ਬਣਾਇਆ ਹੋਇਆ ਜਾਂ ਕੋਈ ਅਕੈਡਮੀ ਵਗੈਰਾ ਦਾ ਜ਼ੇਨ ਹੋਵੇ? ਜੀ ਜ਼ਿਨ ਤਾਂ ਸਰਦਾਰ ਸਾਹਿਬ ਅੱਜ ਮੈਂ ਤੁਹਾਨੂੰ ਗੱਲਾਂ ਤਾਂ ਕਰਾਂਗਾ, ਕਿਉਂਕਿ ਤੁਸੀਂ ਬਜ਼ਾਦੇ ਖੁਦ ਆਏ ਜੇ। ਤੁਹਾਡਾ ਕੋਈ ਨੁਮਾਇੰਦਾ ਆਇਆ ਹੁੰਦਾ ਤੇ ਸ਼ਾਇਦ ਮੈਂ ਨਾ ਕਰਦਾ ਗੱਲ, ਤੁਹਾਡੇ ਨਾਲ ਤਾਂ ਕਰਨੀ ਬਣਦੀ ਹੈ ਕਿ ਦਫ਼ਤਰ ਜਿਹੜਾ ਨਾ ਹੁੰਦੇ ਸੀ, ਬਿਲਕੁਲ ਸਹੀ, ਸਿੰਗਰਾਂ ਦੇ ਦਫ਼ਤਰ ਜਿਹੜੇ ਨੇ ਸਾਡੇ, ਜਿਹੜੀ ਕਿ ਗੁਲੂਕਾਰ ਜਿਹੜੇ ਲੋਕ ਨੇ, ਗੁਲੂਕਾਰ ਵੀ ਇੱਕ ਮੁਲਕ ਦਾ ਹਿੱਸਾ ਹੈ। ਕਿਉਂ ਨਹੀਂ? ਦੇਖੋ ਨਾ, ਅਸੀਂ ਪੜ੍ਹਦੇ ਰਹੇ ਹਾਂ, ਸਾਡੇ ਮਾਂ-ਬਾਪ ਨੇ ਸਾਡੇ ਤੇ ਪੈਸੇ ਲਾਏ, ਸਾਨੂੰ ਤਾਲੀਮ ਦਿੱਤੀ, ਤੇ ਸਾਡਾ ਇਹ ਕਸੂਰ ਹੈ ਕਿ ਅਸੀਂ ਸਿੰਗਰ ਬਣ ਗਏ ਹਾਂ। ਦੇਖੋ ਨਾ, ਅਸੀਂ ਇੱਕ ਮੁਲਕ ਵਾਸਤੇ ਗਾ ਰਹੇ ਹਾਂ, ਪਾਕਿਸਤਾਨ ਵਾਸਤੇ। ਅਗਰ ਅਸੀਂ ਬਾਹਰ ਜਾਂਦੇ ਹਾਂ ਤੇ ਸਾਡੇ ਜ਼ਿਹਨ 'ਚ ਨਹੀਂ ਹੁੰਦੀ ਕਿ ਉੱਥੇ ਅਫਜ਼ਲ ਅਲੀ ਰਾਜਾ ਦਾ ਨਾਂ ਹੋਵੇਗਾ, ਨਾ, ਸਾਡੇ ਮੁਲਕ ਪਾਕਿਸਤਾਨ ਦਾ ਨਾਂ ਹੋਵੇਗਾ। ਜਦੋਂ ਅਸੀਂ ਪਾਕਿਸਤਾਨ ਦਾ ਕੋਈ ਤਰਾਨਾ ਕਹਿੰਦੇ ਹਾਂ ਜਾਂ ਪਾਕਿਸਤਾਨ ਦਾ ਨਾਂ ਲੈਂਦੇ ਹਾਂ, ਯਕੀਨ ਕਰੋ ਕਿ ਸਾਡੇ ਦਿਲ ਦੇ ਅੰਦਰ ਇੱਕ ਇੰਨਾ ਮਤਲਬ ਜਜ਼ਬਾ ਹੁੰਦਾ ਹੈ ਕਿ ਅਸੀਂ ਪਾਕਿਸਤਾਨ ਵਾਸਤੇ ਪੈਦਾ ਹੋਏ ਹਾਂ ਤੇ ਪਾਕਿਸਤਾਨ ਵਾਸਤੇ ਅਸੀਂ ਮਰਨਾ ਹੈ। ਸਾਡੀ ਜਾਨ ਮਾਲ ਹਰ ਚੀਜ਼ ਪਾਕਿਸਤਾਨ ਵਾਸਤੇ ਹਾਜ਼ਰ ਹੈ। ਲੇਕਿਨ ਸਰਦਾਰ ਸਾਹਿਬ ਗੱਲ ਹੈ ਕਿ ਤੁਹਾਡੇ ਚੈਨਲ ਦੇ ਔਰ ਤੁਹਾਡੇ ਕੋਲ ਮੈਂ ਗੱਲ ਕਰ ਰਿਹਾ ਕਿ ਸਾਡੇ ਵਾਸਤੇ ਕੋਈ ਦਾਰਾ ਨਹੀਂ ਕਾਇਮ ਹੋ ਸਕਿਆ, ਸਾਡੇ ਵਾਸਤੇ ਕੋਈ ਸਿੰਗਰਾਂ ਵਾਸਤੇ ਗਵਰਨਮੈਂਟ ਵੱਲੋਂ ਕੋਈ ਪਲੇਟਫਾਰਮ। ਸਾਨੂੰ ਤਾਂ ਪਲੇਟਫਾਰਮ ਚਾਹੀਦਾ, ਮੀਡੀਆ ਕਰ ਦੇਵੇ ਜਾਂ ਗਵਰਨਮੈਂਟ ਕਰ ਦੇਵੇ, ਸਾਨੂੰ ਪਲੇਟਫਾਰਮ ਚਾਹੀਦਾ ਹੈ। ਤੇ ਮੇਰਾ ਖਿਆਲ ਹੈ ਕਿ ਸ਼ਾਇਦ ਜੋ ਇਸ ਟਾਈਮ ਸਿੰਗਰਾਂ ਦੇ ਹਾਲਾਤ ਨੇ, ਮੈਂ ਬਿਆਨ ਨਹੀਂ ਕਰ ਸਕਦਾ। ਬਹੁਤ ਬੁਰੇ ਹਾਲਾਤ ਚੱਲਦੇ ਜੀ, ਬਿਆਨ ਨਹੀਂ ਕਰ ਸਕਦਾ ਸਰਦਾਰ ਸਾਹਿਬ ਮੈਂ। ਠੀਕ ਹੈ, ਕਦੀ ਵਕਤ ਹੁੰਦਾ ਸੀ ਕੇਸਟ ਦੌਰ 'ਚ ਸਾਨੂੰ ਪੈਸੇ ਮਿਲਦੇ ਸੀ, ਸਾਡੇ ਕੋਲ ਗੱਡੀ ਵੀ ਹੁੰਦੀ ਸੀ, ਘਰ ਵੀ ਹੁੰਦਾ ਸੀ, ਕੋਠੀ ਵੀ ਹੁੰਦੀ ਸੀ, ਕੱਪੜੇ ਵੀ ਅੱਛੇ ਹੁੰਦੇ ਸੀ। ਦੇਖੋ ਨਾ, ਕਿ ਇੱਕ ਸਿੰਗਰ ਹੈ, ਫਨਕਾਰ ਹੈ, ਬਾਹਰ ਨਿਕਲਦਾ, ਲੋਕ ਮਿਲਦੇ ਨੇ, ਉਹਦੇ ਵਾਸਤੇ ਸੈਟਅਪ, ਉਹਨੂੰ ਪ੍ਰੋਟੋਕੋਲ ਜ਼ਰੂਰੀ ਹੈ, ਆਪਣਾ ਪ੍ਰੋਟੋਕੋਲ ਖੁਦ ਬਣਾਉਣਾ। ਲੋਕ ਫਿਰ ਪ੍ਰੋਟੋਕੋਲ ਦਿੰਦੇ ਨੇ, ਇੱਜ਼ਤ ਕਰਦੇ ਨੇ। ਅਗਰ ਖੁਦ ਇਨਸਾਨ ਆਪਣੀ ਇੱਜ਼ਤ ਕਰੇਗਾ ਤੇ ਲੋਕ ਉਹਦੀ ਇੱਜ਼ਤ ਕਰਨਗੇ, ਵਰਨਾ ਅਗਰ ਆਪਣੀ ਖੁਦ ਇਨਸਾਨ ਇੱਜ਼ਤ ਨਹੀਂ ਕਰੇਗਾ ਸਰਦਾਰ ਸਾਹਿਬ, ਮੇਰਾ ਖਿਆਲ ਹੈ ਲੋਕੀ ਉਹਦੀ ਇੱਜ਼ਤ ਨਹੀਂ ਕਰਦੇ। ਜੀ ਬਿਲਕੁਲ, ਤੁਸੀਂ ਵੇਖਿਆ ਅਫਜ਼ਲ ਅਲੀ ਰਾਜਾ ਸਾਹਿਬ ਜੋ ਪੰਜਾਬੀ ਸਿੰਗਰ ਨੇ, ਜੋ ਕਿਸੇ ਤਾਰਫ ਦੇ ਮੁਹਤਾਜ ਨਹੀਂ ਹੈਗੇ, ਲੇਕਿਨ ਉਹਨਾਂ ਇੱਕ ਸ਼ਿਕਵਾ ਕੀਤਾ। ਯਕੀਨਨ ਉਹਨਾਂ ਦਾ ਸ਼ਿਕਵਾ ਬਣਦਾ ਵੀ ਹੈ ਕਿ ਜਿਹੜੇ ਪੰਜਾਬ ਦੇ ਸਿੰਗਰ ਨੇ, ਪੰਜਾਬੀ ਸਿੰਗਰ ਨੇ, ਉਹਨਾਂ ਦੇ ਯਾਨੀ ਕਿ ਕੋਈ ਉਹਨਾਂ ਨੂੰ ਗਵਰਨਮੈਂਟ ਵੱਲੋਂ ਕੋਈ ਰਿਲੀਫ ਜਾਂ ਕੋਈ ਪੈਕੇਜ ਜਾਂ ਉਹਨਾਂ ਨੂੰ ਕੋਈ ਪ੍ਰੋਟੋਕੋਲ ਨਹੀਂ ਦਿੱਤਾ ਜਾ ਰਿਹਾ। ਤੇ ਇਹ ਸਾਡਾ ਵਿਰਸਾ ਹੈਗੇ ਨੇ। ਜਿਹੜੀਆਂ ਕੌਮਾਂ ਦੇ ਵਿਰਸੇ ਨੂੰ ਭੁੱਲ ਜਾਂਦੀਆਂ ਨੇ, ਉਹ ਯਕੀਨਨ ਤਬਾਹ ਬਰਬਾਦ ਹੋ ਜਾਂਦੀਆਂ ਨੇ। ਤੇ ਮੈਂ ਜਿੰਨੇ ਵੀ ਮੇਰੇ ਚਾਹਣ ਵਾਲੇ ਨੇ, ਮੈਨੂੰ ਪਿਆਰ ਕਰਨ ਵਾਲੇ ਨੇ, ਉਹਨਾਂ ਨੂੰ ਚਾਹੀਦਾ ਹੈ ਕਿ ਇਹੋ ਜਿਹੇ ਸਿੰਗਰਾਂ ਨੂੰ, ਹੀਰੇ ਹੈਗੇ ਨੇ ਸਾਡੇ ਪੰਜਾਬੀ ਸਿੰਗਰ, ਸਾਡੀ ਮਾਂ ਬੋਲੀ ਪੰਜਾਬੀ ਦੇ ਜਿਹੜੇ ਇਹ ਗੁਲੂਕਾਰ ਨੇ, ਫਨਕਾਰ ਨੇ, ਇਹ ਬਹੁਤ ਜ਼ਿਆਦਾ ਵੱਡਾ ਸਾਡਾ ਸਾਸਾ ਹੈਗੇ ਨੇ।
ਮੇਰੀ ਵੀ ਕੋਸ਼ਿਸ਼ ਹੈਗੀ ਹੈ ਕਿ ਮੈਂ ਇਹਨਾਂ ਸਾਸਾ ਜਿਹੜਾ ਆਪਣਾ ਪੰਜਾਬ ਦਾ ਸਾਸਾ ਹੈ, ਸਾਡੇ ਪੰਜਾਬੀ ਸਿੰਗਰ ਨੇ, ਸਾਡੇ ਹੀਰੇ ਨੇ, ਅਸੀਂ ਇਹਨਾਂ ਨੂੰ ਤੁਹਾਨੂੰ ਵਿਖਾਈਏ, ਇਹਨਾਂ ਦੇ ਤੁਹਾਡੇ ਜਿਹੜੇ ਗੀਤ ਨੇ ਤੁਹਾਡੀ ਨਜ਼ਰ ਕਰੀਏ, ਤੁਸੀਂ ਇਹਨਾਂ ਦੇ ਗੀਤ ਸੁਣੋ ਤੇ ਲੁਤਫ ਅੰਦੋਜ਼ ਹੋਵੋ।